ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ। 12 ਮਹਾ ਮਾਝ ਮਹੱਲਾ ਪੰਜਵਾਂ ਘਰ ਚੌਥਾ। ਕਤਿਕ ਕਰਮ ਕਮਾਵਣੇ ਦੋਸ਼ ਨ ਕਾਹੂੰ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ ਦੋਸ਼ ਨ ਕਾਹੂੰ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਵੇ ਮੁਖ ਹੋਏ RAM ਤੇ ਲੱਗਨ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼, ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ। ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ, ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ, ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਕੱਤਕ ਦੇ ਮਹੀਨੇ ਦੀ ਵਿਚਾਰ ਸਾਂਝੀ ਕਰਨੀ ਹੈ। ਅੱਜ ਨਵਾਂ ਦੇਸੀ ਮਹੀਨਾ ਕੱਤਕ ਦਾ ਮਹੀਨਾ ਆਰੰਭ ਹੋਇਆ। 12 ਮਹੀਨੇ ਹਨ। 12 ਮਹੀਨਿਆਂ ਨਾਲ ਸੰਬੰਧਿਤ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਇਹਨਾਂ 12 ਮਹੀਨਿਆਂ ਰਾਹੀਂ ਬਹੁਤ ਪਿਆਰੀਆਂ ਸਿੱਖਿਆਵਾਂ ਦੇਣ ਲਈ 12 ਮਾਹਾਂ ਦੀ ਬਾਣੀ ਉਚਾਰਨ ਕੀਤੀ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 12 ਮਾਹਾਂ ਦੀਆਂ ਬਾਣੀਆਂ ਹਨ। ਪਹਿਲੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ, ਜੋ ਕਿ ਤੁਖਾਰੀ ਰਾਗ ਅੰਦਰ ਦਰਜ ਹੈ। ਦੂਸਰੀ ਬਾਣੀ ਹੈ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ, ਜੋ ਕਿ ਮਾਝ ਰਾਗ ਵਿੱਚ ਦਰਜ ਹੈ। ਇਸ ਬਾਣੀ ਵਿੱਚੋਂ ਹੀ ਆਪਾਂ ਅੱਜ ਕੱਤਕ ਦੇ ਮਹੀਨੇ ਦਾ ਪਾਠ ਸਰਵਣ ਕੀਤਾ ਹੈ ਤੇ ਇਸੇ ਮਹੀਨੇ ਦੀ ਹੀ ਅੱਜ ਵਿਚਾਰ ਸਰਵਣ ਕਰਾਂਗੇ। ਸੰਗਰਾਂਦ ਸ਼ਬਦ ਜਿਹੜਾ ਹੈ ਇਹ ਸਾਂਕ੍ਰਾਂਤ ਤੋਂ ਬਣਿਆ ਹੈ। ਹਿੰਦੂ ਮਤ ਅਨੁਸਾਰ ਜਦੋਂ ਸੂਰਜ ਇੱਕ ਰਾਸ਼ ਤੋਂ ਦੂਜੀ ਰਾਸ਼ ਵਿੱਚ ਪ੍ਰਵੇਸ਼ ਕਰਦਾ ਹੈ, ਉਹਨੂੰ ਸਾਂਕ੍ਰਾਂਤ ਕਹਿੰਦੇ ਹਨ। ਪੰਜਾਬੀ ਵਿੱਚ ਬਦਲ ਕੇ ਇਹਦਾ ਰੂਪ ਸੰਗਰਾਂਦ ਬਣਦਾ ਹੈ। ਤੇ ਜਦੋਂ ਨਵਾਂ ਦੇਸੀ ਮਹੀਨਾ ਆਰੰਭ ਹੁੰਦਾ ਹੈ, ਇਹਦੇ ਵਿੱਚ ਭਾਵ ਇਹ ਮੰਨਿਆ ਜਾਂਦਾ ਹੈ ਕਿ ਮੌਸਮ ਦਾ ਮਿਜ਼ਾਜ ਬਦਲਦਾ ਹੈ। ਬਾਹਰ ਮੌਸਮ ਵਿੱਚ ਤਬਦੀਲੀ ਆਉਂਦੀ ਹੈ, ਰੁੱਤ ਬਦਲਦੀ ਹੈ। ਗਰਮੀ ਦੀ ਮੌਸਮ ਹੈ, ਰੁੱਤ ਹੈ, ਬਰਸਾਤ ਦੀ ਰੁੱਤ ਹੈ, ਪਤਝੜ ਹੈ, ਸਾਵਣ ਹੈ, ਬਸੰਤ ਹੈ, ਬਹਾਰ ਹੈ, ਸਰਦੀ ਹੈ, ਆਦਿਕ ਰੁੱਤਾਂ ਹਨ। ਸਤਿਗੁਰੂ ਜੀ ਨੇ ਜੋ 12 ਮਾਹਾਂ ਦਾ ਭਾਵ ਲਿਆ, ਉਹ ਇਹ ਲਿਆ ਜਿਵੇਂ ਬਾਹਰ ਰੁੱਤਾਂ ਬਦਲਦੀਆਂ ਨੇ ਤੇ ਇਸੇ ਤਰ੍ਹਾਂ ਮਨੁੱਖ ਦੇ ਮਨ ਦਾ ਸੁਭਾਅ ਵੀ ਹਰ ਸਮੇਂ ਬਦਲਦਾ ਹੈ। ਮਨ ਦੀ ਰੁੱਤ ਵੀ ਬਦਲਦੀ ਹੈ। ਬਾਹਰ ਦੀ ਰੁੱਤ ਬਦਲੇ, ਬਾਹਰ ਦਾ ਮੌਸਮ ਬਦਲਦਾ ਹੈ, ਮੌਸਮ ਦਾ ਮਿਜ਼ਾਜ ਬਦਲਦਾ ਹੈ, ਸੁਭਾਅ ਬਦਲਦਾ ਹੈ। ਅਸੀਂ ਵੈਸਾ ਖਾਣ ਪੀਣ, ਵੈਸਾ ਪਹਿਰਣ, ਵੈਸੇ ਕੱਪੜੇ, ਵੈਸਾ ਰਹਿਣ ਸਹਿਣ ਅਪਣਾ ਲੈਂਦੇ ਹਾਂ। ਇਸੇ ਤਰ੍ਹਾਂ ਜਦੋਂ ਮਨ ਦੇ ਅੰਦਰ ਮਨ ਦਾ ਸੁਭਾਅ ਬਦਲਦਾ ਹੈ ਤੇ ਮਹਾਰਾਜ ਕਹਿੰਦੇ ਇਹਨੂੰ ਵੀ ਮਨ ਨੂੰ ਖੁਰਾਕ ਚਾਹੀਦੀ ਹੈ। ਮਨ ਦਾ ਰਹਿਣ ਸਹਿਣ ਵੀ ਬਦਲਣਾ ਜ਼ਰੂਰੀ ਹੈ। ਬਾਹਰ ਤਪਸ਼ ਹੋਵੇ, ਅੱਗ ਹੋਵੇ ਤੇ ਮਨੁੱਖ ਠੰਡਕ ਭਾਲਦਾ ਹੈ। ਠੰਡਾ ਜਲ ਚਾਹੀਦਾ ਹੈ, ਠੰਡੀ ਛਾਂ ਚਾਹੀਦੀ ਹੈ, ਠੰਡੇ ਬਸਤਰ ਚਾਹੀਦੇ ਹਨ, ਠੰਡਾ ਸਥਾਨ ਚਾਹੀਦਾ ਹੈ। ਪਰ ਜਦੋਂ ਮਨ ਤਪਦਾ ਹੈ, ਕਦੀ ਅਸੀਂ ਇਹ ਨਹੀਂ ਕਹਿੰਦੇ ਮੈਨੂੰ ਠੰਡੇ ਬੋਲ ਚਾਹੀਦੇ ਹਨ, ਮੈਨੂੰ ਠੰਡੀ ਬਾਣੀ ਚਾਹੀਦੀ ਹੈ, ਮੇਰੇ ਮਨ ਨੂੰ ਸ਼ੀਤਲਤਾ ਚਾਹੀਦੀ ਹੈ, ਮੇਰੇ ਮਨ ਨੂੰ ਸ਼ਾਂਤੀ ਤੇ ਟਿਕਾ ਚਾਹੀਦਾ। ਨਹੀਂ, ਅੰਦਰੋਂ ਮਨੁੱਖ ਗਰਮੀ ਨਾਲ, ਤਪਸ਼ ਨਾਲ, ਭਾਵ ਵਿਕਾਰਾਂ ਤੇ ਵਾਸ਼ਨਾਵਾਂ ਦੀ ਅੱਗ ਨਾਲ ਹੀ ਸਹਿਮਤ ਹੋ ਜਾਂਦਾ ਹੈ। ਤਾਂ ਸਤਿਗੁਰੂ ਨੇ ਕਿਰਪਾ ਕੀਤੀ, ਮਨੁੱਖ ਦੀ ਇਸ ਵੇਦਨਾ ਨੂੰ ਪਹਿਚਾਣਦਿਆਂ 12 ਮਾਹਾਂ ਦੀ ਬਾਣੀ ਰਾਹੀਂ ਜਿਵੇਂ ਜਿਵੇਂ ਮਹੀਨੇ ਦਾ ਚੱਲਣ ਹੈ, ਤਿਵੇਂ ਤਿਵੇਂ ਉਸ ਮਹੀਨੇ ਰਾਹੀਂ ਬੜੇ ਪਿਆਰੇ ਉਪਦੇਸ਼ ਤੇ ਸਿੱਖਿਆਵਾਂ ਸਾਡੇ ਸੰਸਾਰੀ ਜੀਵਾਂ ਵਾਸਤੇ ਸਤਿਗੁਰੂ ਜੀ ਨੇ ਇਹਨਾਂ 12 ਮਾਹਾਂ ਦੀ ਬਾਣੀ ਰਾਹੀਂ ਬਖਸ਼ਿਸ਼ ਕੀਤੇ ਹਨ। ਤੇ ਅੱਜ ਜੋ ਸਤਿਗੁਰੂ ਜੀ ਵਿਚਾਰ ਸਾਡੇ ਸਨਮੁਖ ਰੱਖ ਰਹੇ ਹਨ, ਉਹ ਹੈ ਕੱਤਕ। ਪਾਵਨ ਪਵਿੱਤਰ ਸ਼ਬਦ ਆਰੰਭ ਹੁੰਦਾ ਹੈ,
ਕੱਤਿਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ। ਕੱਤਿਕ ਦਾ ਮਹੀਨਾ ਬੀਜਣ ਦਾ ਮਹੀਨਾ ਹੈ, ਬਿਜਾਈ ਕਰਨ ਦਾ ਮਹੀਨਾ। ਜਦੋਂ ਸਾਡੇ ਕਿਸਾਨ ਭਰਾ ਜ਼ਮੀਨ ਨੂੰ ਤਿਆਰ ਕਰਕੇ ਉਹਦੇ ਵਿੱਚ ਫਸਲ ਬੀਜਦੇ ਹਨ, ਕਿਉਂਕਿ ਗੱਲ 12 ਮਾਹਾਂ ਦੀ ਜਿਹੜੀ ਆਰੰਭ ਹੁੰਦੀ ਹੈ ਉਹ ਕਰਮ ਤੋਂ ਹੁੰਦੀ ਹੈ ਤੇ ਵਿਛੋੜੇ ਤੋਂ ਹੁੰਦੀ ਹੈ। ਤੇ 12 ਮਾਹਾਂ ਦੀ ਅਸਲ ਵਿੱਚ ਜਿਹੜੀ ਬਾਣੀ ਹੈ, ਇਹਦੇ ਵਿੱਚ ਵਿਛੋੜਾ, ਉਮਾ, ਔਂਸੀਆਂ, ਤਰਲਾ, ਮਿੰਨਤਾਂ, ਅਰਜ਼ੋਈ, ਅਰਦਾਸ, ਫਿਰ ਪਿਆਸ, ਫਿਰ ਵਿਸ਼ਵਾਸ ਤੇ ਫਿਰ ਮਿਲਾਪ ਹੈ। ਇਹ 12 ਮਾਹਾਂ ਦੀ ਖਾਸੀਅਤ ਹੈ। ਹੁਣ ਸਤਿਗੁਰੂ ਕਹਿੰਦੇ ਵੀ ਮਨ ਦੇ ਅੰਦਰ ਇੱਕ ਉਮਾ, ਇੱਕ ਐਸੀ ਪਿਆਸ, ਇੱਕ ਵੇਦਨਾ, ਇੱਕ ਤੜਪ ਹੈ, ਉਹ ਮਿਲਾਪ ਦੀ ਹੈ। ਪਰ ਮਿਲਾਪ ਵਾਸਤੇ ਕੁਝ ਬੀਜਣਾ ਪਏਗਾ। ਜੋ ਬੀਜਾਂਗੇ ਉਹ ਵੱਢਾਂਗੇ, ਇਹ ਵੀ ਜ਼ਰੂਰੀ ਹੈ। ਆਰੰਭ ਦੇ ਵਿੱਚ ਹੀ ਮਹਾਰਾਜ ਨੇ ਬਚਨ ਆਖਿਆ ਸੀ, ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਹੇ ਪ੍ਰਭੂ, ਅਸੀਂ ਤੇਰੇ ਤੋਂ ਕਿਰਤ ਕਰਮ ਕਰਕੇ ਵਿਛੜ ਗਏ ਹਾਂ। ਅਸੀਂ ਇੱਕ ਕਿਰਤ ਕੀਤੀ ਹੈ। ਕਿਹੜੀ? ਕਹਿੰਦੇ ਕਰਮਾਂ ਦੀ ਕਿਰਤ ਕੀਤੀ ਹੈ। ਔਰ ਮੈਂ ਬੇਨਤੀ ਕਰਦਾ, ਕਰਮ ਹੀ ਸਾਡੀ ਕਿਰਤ ਹੈ। ਜੈਸਾ ਕਰਮ ਹੈ ਵੈਸੀ ਕਿਰਤ ਹੈ। ਸਭ ਤੋਂ ਵੱਡੀ ਕਿਰਤ ਕਰਮ ਦੀ ਹੁੰਦੀ ਹੈ, ਕਿਉਂਕਿ ਕਰਮ ਦੀ ਕਿਰਤ ਮਨੁੱਖ ਹਰ ਸਮੇਂ ਕਰਦਾ ਹੈ। ਕਰਮ ਮਨ ਨਾਲ ਵੀ ਕੀਤਾ ਜਾਂਦਾ ਹੈ, ਕਰਮ ਤਨ ਨਾਲ ਵੀ ਕੀਤਾ ਜਾਂਦਾ ਹੈ। ਮਨ ਨਾਲ ਕਰਮ, ਮਨ ਨਾਲ ਕਿਰਤ ਹਰ ਸਮੇਂ ਹੋ ਰਹੀ ਹੈ। ਤਨ ਨਾਲ ਕਰਮ ਤੇ ਕਿਰਤ ਬਹੁਤ ਘੱਟ ਹੁੰਦੀ ਹੈ। ਮਨ ਨਾਲ ਕਰਮ ਅਤੇ ਕਿਰਤ ਬਹੁਤ ਜ਼ਿਆਦਾ ਹੁੰਦੀ ਹੈ। ਤੇ ਮਨ ਦਾ ਕਿਰਤ ਕਰਮ ਹੀ ਪ੍ਰਭੂ ਤੋਂ ਵਿਛੋੜਾ ਕਰਾਉਂਦਾ ਹੈ। ਮਹਾਰਾਜ ਕਹਿੰਦੇ ਨੇ, ਕੱਤਿਕ ਦੇ ਮਹੀਨੇ ਦੇ ਵਿੱਚ, ਕੱਤਿਕ ਦੇ ਰਾਹੀਂ ਇਹ ਗੱਲ ਸਮਝੀਏ, ਕਰਮ ਕਮਾਵਣੇ। ਜੇ ਅਸੀਂ ਕਰਮ ਕਮਾਵਾਂਗੇ ਜਾਂ ਜੈਸੇ ਕਰਮ ਕਮਾਵਾਂਗੇ। ਹੁਣ ਮਹਾਰਾਜ ਨੂੰ ਪੁੱਛੇ ਵੀ ਸਤਿਗੁਰੂ ਕੈਸੇ? ਸਤਿਗੁਰੂ ਕਹਿੰਦੇ ਤੂੰ ਦੇਖ। ਕਿਉਂ? ਕਿਉਂਕਿ ਆਮ ਤੌਰ ਤੇ ਮਨੁੱਖ ਬਹੁਤੇ ਕਰਮ ਗਲਤ ਕਮਾਉਂਦਾ ਹੈ। ਅਸੀਂ ਗਲਤ ਬੀਜ ਬੀਜਦੇ ਹਾਂ। ਮਾਇਆ ਦਾ, ਅਹੰਕਾਰ ਦਾ, ਵਿਕਾਰਾਂ ਦਾ, ਵਾਸ਼ਨਾਵਾਂ ਦਾ, ਲੋਭ ਦਾ, ਲਾਲਚ ਦਾ, ਤ੍ਰਿਸ਼ਨਾ ਦਾ, ਦੁੱਖਾਂ ਦਾ, ਔਗਣਾਂ ਦਾ। ਤੇ ਸਤਿਗੁਰੂ ਕਹਿੰਦੇ ਜਦੋਂ ਐਸਾ ਬੀਜ ਮਨੁੱਖ ਬੀਜ ਲੈਂਦਾ ਹੈ ਤੇ ਫਿਰ ਕੀ ਹੁੰਦਾ? ਦੋਸ਼ ਨਾ ਕਾਹੂ ਜੋਗ। ਜਦੋਂ ਉਹਦਾ ਰਿਜ਼ਲਟ ਮਿਲਦਾ ਹੈ, ਭਾਵ ਜੋ ਬੀਜਿਆ ਉਹ ਵੱਢਣਾ ਪੈਂਦਾ ਹੈ, ਤੇ ਮਨੁੱਖ ਫਿਰ ਦੇਖਦਾ ਵੀ ਮੈਂ ਇਹ ਤੇ ਬੀਜਿਆ ਨਹੀਂ ਸੀ, ਪਰ ਵੱਢ ਕਿਉਂ ਰਿਹਾ? ਕਿਉਂਕਿ ਸਤਿਗੁਰੂ ਕਹਿੰਦੇ ਤੂੰ ਦੁੱਖ ਦਾ ਬੀਜ ਬੀਜਿਆ ਤੇ ਅੱਜ ਤੈਨੂੰ ਵੱਢਣਾ ਵੀ ਪਏਗਾ। ਕਿਉਂ? ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਆਪੇ ਬੀਜ ਆਪੇ ਹੀ ਖਾ, ਕਰਮ ਧਰਤੀ ਸਰੀਰ ਕਲਯੁਗ ਵਿੱਚ। ਜਿਹਾ ਕੋ ਬੀਜੇ ਤੇਹਾ ਕੋ ਖਾਏ। ਇਹ ਸਤਿਗੁਰੂ ਦੇ ਬਚਨ ਨੇ। ਜੋ ਬੀਜਾਂਗੇ ਉਹ ਖਾਣਾ ਪੈਣਾ। ਚੰਗਾ ਬੀਜਾਂਗੇ ਚੰਗਾ ਹੋਏਗਾ, ਮਾੜਾ ਬੀਜਾਂਗੇ ਮਾੜਾ ਸਾਡੇ ਨਾਲ ਹੋਏਗਾ। ਮਹਾਰਾਜ ਕਹਿੰਦੇ ਦੋਸ਼ ਨਾ ਕਾਹੂ ਜੋਗ। ਅਸੀਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਾਂਗੇ। ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦੇ ਹੁਣ ਕਿਹਨੂੰ ਦੋਸ਼ ਦਈਏ? ਤਾਂ ਮਹਾਰਾਜ ਇੱਥੇ ਸਾਨੂੰ ਸਮਝਾ ਰਹੇ ਨੇ, ਕਹਿੰਦੇ ਭਲਿਓ, ਕੱਤਕ ਦੇ ਮਹੀਨੇ ਤੋਂ ਇਹ ਸਿੱਖਿਆ ਲਈਏ, ਜਿਵੇਂ ਇੱਕ ਕਿਸਾਨ ਭਰਾ ਚੰਗਾ ਬੀਜ ਬੀਜਦਾ, ਜ਼ਮੀਨ ਨੂੰ ਤਿਆਰ ਕਰਦਾ, ਬੀਜ ਸੋਹਣਾ ਬੀਜਦਾ ਤੇ ਉਸ ਬੀਜ ਦੀ ਸੰਭਾਲ ਕਰਦਾ। ਕਿਉਂ? ਤਾਂ ਕਿ ਮੈਨੂੰ ਫਸਲ ਵੱਢਣ ਵੇਲੇ ਕੋਈ ਦੁੱਖ ਜਾਂ ਔਖਿਆਈ ਮਹਿਸੂਸ ਨਾ ਹੋਵੇ। ਮੈਂ ਚੰਗੀ ਫਸਲ ਵੱਢਾਂ, ਚੰਗੀ ਕਮਾਈ ਕਰਾਂ। ਮਹਾਰਾਜ ਕਹਿੰਦੇ ਆਪਣੇ ਕਰਮ ਦੇ ਬੀਜ ਉੱਪਰ ਧਿਆਨ ਦੇਈਂ। ਜੇ ਤੇਰੇ ਕਰਮ ਦਾ ਬੀਜ ਮਾੜਾ ਹੋਇਆ, ਵੱਢਣਾ ਬਹੁਤ ਔਖਾ ਹੋਣਾ। ਭਲਿਆ ਫਿਰ ਤੇ ਤੋਂ ਵੱਢਿਆ ਕੋਈ ਨਹੀਂ ਜਾਣਾ। ਕਿਤੇ ਇਹ ਨਾ ਹੋਵੇ, ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਇਂਦਾ, ਪੈਂਦਾ ਲੋੜੈ ਪੱਟ। ਕਹਿੰਦੇ ਕਿੱਕਰ ਦਾ ਬੀਜ ਬੀਜ ਕੇ ਕਦੀ ਕਿਸੇ ਨੂੰ ਦਾਖਾਂ ਨਹੀਂ ਮਿਲਦੀਆਂ। ਕਿੱਕਰ ਦੇ ਬੀਜ ਬੀਜਾਂਗੇ ਤੇ ਕੰਡੇ ਹੀ ਵੱਢਣੇ ਪੈਣਗੇ, ਭਾਵ ਕੰਡੇ ਹੀ ਚੁਭਣਗੇ, ਦੁੱਖ ਹੀ ਪੈਦਾ ਹੋਣਗੇ। ਭਾਈ ਬਿਧੀ ਚੰਦ ਸਿੱਖ ਜਗਤ ਵਿੱਚ ਬਹੁਤ ਮਹਾਨ ਗੁਰਸਿੱਖ ਹੋਇਆ। 5ਵੇਂ ਪਾਤਸ਼ਾਹ ਵੇਲੇ ਸਿੱਖ ਬਣ ਗਿਆ ਸੀ ਤੇ ਇਹ ਡਾਕੇ ਮਾਰਦਾ ਸੀ। ਹੈਰਾਨਗੀ ਦੀ ਗੱਲ ਹੈ ਕਿ ਭਾਈ ਬਿਧੀ ਚੰਦ ਦਾ ਬਚਪਨ ਬੜਾ ਗੁਰਮੁਖਤਾਈ ਵਾਲਾ ਸੀ। ਮਾਂ ਬਾਪ ਦੀਆਂ ਚੰਗੀਆਂ ਸਿੱਖਿਆਵਾਂ, ਮਾਂ ਬਾਪ ਦੀ ਚੰਗੀ ਉੱਚੀ ਸਿੱਖਿਆ ਨਾਲ ਸੋਹਣਾ ਵਧੀਆ ਜੀਵਨ ਗੁਜ਼ਾਰਦਾ ਸੀ। ਗੁਰਮੁਖਤਾਈ ਵਾਲਾ ਜੀਵਨ ਸੀ, ਚੰਗੇ ਕਰਮ ਕਰਨਾ, ਗੁਰੂ ਦੀ ਸੰਗਤ ਕਰਨੀ। ਪਰ ਇਹ ਕੁਝ ਸਮੇਂ ਬਾਅਦ ਜਵਾਨੀ ਵਿੱਚ ਆਪਣੇ ਨਾਨਕੇ ਪਿੰਡ ਚਲੇ ਗਏ। ਉੱਥੇ ਜਾ ਕੇ ਇਹਨਾਂ ਦੀ ਸੰਗਤ ਮਾੜੀ ਹੋ ਗਈ। ਮਾੜੀ ਸੰਗਤ ਦਾ ਨਤੀਜਾ ਇਹ ਹੋਇਆ ਕਿ ਡਾਕੇ ਮਾਰਨ ਲੱਗ ਪਏ, ਲੁੱਟਾਂ ਖੋਹਾਂ ਕਰਨ ਲੱਗ ਪਏ, ਨਾਮ ਬਦਨਾਮ ਹੋ ਗਿਆ। ਇੱਥੋਂ ਤੱਕ ਲਿਖਿਆ ਮਿਲਦਾ ਹੈ ਬਿਧੀ ਚੰਦ ਡਾਕੂ ਬਣ ਗਏ, ਬਹੁਤ ਵੱਡੇ ਡਾਕੂ। ਬੜਾ ਨਾਮ ਚੱਲਿਆ, ਨਾਮ ਤੋਂ ਲੋਕੀ ਡਰਦੇ ਸਨ।
ਫਿਰ ਸਤਿਗੁਰੂ ਦੀ ਕਿਰਪਾ ਹੋਈ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨਾਲ ਮਿਲਾਪ ਹੋਇਆ, ਸਤਿਗੁਰੂ ਨੇ ਆਖਿਆ, ਵਿਧੀ ਚੰਦਾ, ਆ ਜਿਹੜੇ ਤੂੰ ਕਰਮ ਕਰਦਾ ਹੈ, ਡਾਕੇ ਮਾਰਦਾ, ਲੁੱਟਾਂ ਖੋਹਾਂ ਕਰਦਾ, ਕਿਸ ਵਾਸਤੇ? ਕਹਿੰਦਾ ਮਹਾਰਾਜ ਪਰਿਵਾਰ ਪਾਲਣਾ ਹੈ, ਬੱਚੇ ਪਾਲਣੇ ਨੇ। ਸਤਿਗੁਰੂ ਕਹਿੰਦੇ ਉਹਨਾਂ ਨੂੰ ਪੁੱਛ ਕੇ ਆ ਵੀ ਤੇਰਾ ਸਾਥ ਦੇਣਗੇ। ਘਰੇ ਗਿਆ, ਸਭ ਨੇ ਇਨਕਾਰ ਕਰ ਦਿੱਤਾ ਕਿ ਤੇਰੇ ਕਰਮਾਂ ਵਿੱਚ ਅਸੀਂ ਕੋਈ ਭਾਗੀਦਾਰ ਨਹੀਂ ਬਣਾਂਗੇ, ਜਿਹੜਾ ਕਰਮ ਤੂੰ ਕੀਤਾ ਤੂੰ ਆਪੇ ਉਹਦਾ ਲੇਖਾ ਜੋਖਾ ਦੇਣਾ। ਵਿਧੀ ਚੰਦ ਬੜਾ ਹੈਰਾਨ ਹੋਇਆ, ਵਾਪਸ ਆਇਆ, ਕਹਿਣ ਲੱਗੇ ਪਾਤਸ਼ਾਹ ਉਹਨਾਂ ਨੇ ਤਾਂ ਇਨਕਾਰ ਕਰ ਦਿੱਤਾ। ਮਹਾਰਾਜ ਕਹਿੰਦੇ ਫਿਰ ਕਿਹਦੇ ਲਈ ਕਰ ਰਹੇ ਹਾਂ? ਸਤਿਗੁਰੂ ਨੇ ਸਾਨੂੰ ਬਾਣੀ ਵਿੱਚ ਸਮਝਾਇਆ, ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਤ ਦਾਰਾ ਪੈ ਆਣ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਤੇਰੇ ਤੋਂ ਲੇਖਾ ਲੈਣਾ, ਕਰਮ ਤੇਰਾ, ਤੈਨੂੰ ਵੱਢਣਾ ਪੈਣਾ, ਇਹਦੇ ਵਿੱਚ ਦੂਜਾ ਕੋਈ ਕੁਝ ਨਹੀਂ ਕਰ ਸਕੇਗਾ, ਤੇਰੀ ਕੋਈ ਮਦਦ ਵੀ ਨਹੀਂ ਕਰੇਗਾ। ਵਿਧੀ ਚੰਦ ਗੱਲ ਸਮਝ ਗਿਆ, ਸਤਿਗੁਰੂ ਦੇ ਚਰਨਾਂ ਤੇ ਟਹਿ ਕੇ ਖਿਮਾ ਮੰਗੀ, ਤੇ ਉਹੀ ਵਿਧੀ ਚੰਦ ਜੋ ਪਹਿਲਾਂ ਗੁਰਮੁਖ ਸੀ, ਫਿਰ ਡਾਕੂ ਸੀ, ਬਾਅਦ ਵਿੱਚ ਐਸਾ ਸਿੱਖੀ ਵਾਲਾ ਜੀਵਨ ਕਮਾਇਆ। ਸਤਿਗੁਰੂ ਦੇ ਘਰ ਦਾ ਉਹ ਮਹਾਨ ਸੇਵਕ ਹੈ ਜਿਸ ਨੂੰ ਗੁਰੂ ਸਾਹਿਬ ਜੀ ਨੇ ਸ਼ਬਦਾਂ ਦੀ ਅਸੀਸ ਬਖਸ਼ੀ ਹੈ, ਭਾਈ ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਜਦੋਂ ਗੱਲ ਸਮਝ ਪੈ ਜਾਏ, ਜੀਵਨ ਦੇ ਵਿੱਚ ਕਰਮ ਦਾ ਬੀਜ ਚੰਗਾ ਹੋ ਗਿਆ ਤੇ ਉਹਨੇ ਫਲ ਵੀ ਚੰਗਾ ਪ੍ਰਾਪਤ ਕੀਤਾ। ਤਾਂ ਮਹਾਰਾਜ ਕਹਿੰਦੇ ਵੀ ਅਸੀਂ ਪਹਿਲਾਂ ਹੀ ਸੁਚੇਤ ਹੋ ਜਾਈਏ, ਕਰਮ ਉਹ ਕਮਾਈਏ, ਕਿਰਤ ਉਹ ਕਰੀਏ ਜੋ ਸਾਨੂੰ ਫਲ ਵੇਲੇ, ਵੱਢਣ ਵੇਲੇ ਕੋਈ ਦੁੱਖ ਨਾ ਪਾਸੇ, ਭਾਵ ਸਾਡੇ ਕਰਮਾਂ ਦਾ ਬੀਜ ਸਾਨੂੰ ਦੁੱਖ ਨਾ ਦੇ। ਅੱਗੇ ਕੀ ਕਹਿੰਦੇ ਹਨ? ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਤਿਗੁਰੂ ਕਹਿੰਦੇ ਕਰਮ ਕਰਦਾ ਕਈ ਵਾਰੀ ਬੰਦਾ ਪਰਮੇਸ਼ਰ ਨੂੰ ਭੁਲਾ ਬੈਠਦਾ ਹੈ। ਇਹਦਾ ਅਰਥ ਬੜਾ ਸੌਖਾ, ਮੈਂ ਬੇਨਤੀ ਇਹ ਕਰਦੇ ਹਾਂ, ਇਹਦਾ ਅਰਥ ਹੈ ਵੀ ਜਦੋਂ ਵੀ ਅਸੀਂ ਕੋਈ ਕਰਮ ਕਰਨਾ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਰਨਾ ਹੈ, ਉਹਨੂੰ ਭੁਲਾ ਕੇ ਨਹੀਂ ਕਰਨਾ। ਮਨੁੱਖ ਆਪਣੀ ਜ਼ਿੰਦਗੀ 'ਚ ਇਹੀ ਗਲਤੀ ਕਰਦਾ ਹੈ, ਕਰਮ ਕਰਦਾ ਹੋਇਆ ਰੱਬ ਨੂੰ ਭੁਲਾ ਬੈਠਦਾ, ਨਤੀਜਾ ਬਹੁਤ ਗਲਤ ਨਿਕਲਦਾ ਹੈ, ਉਹ ਕਰਮ ਹੀ ਦੁਖਦਾਈ ਬਣ ਜਾਂਦਾ ਹੈ। ਹਰ ਬਿਸਰਤ ਸਦਾ ਖੁਆਰੀ, ਇਹ ਬੰਦਾ ਰੱਬ ਬਾਰ ਬਾਰ ਰੱਬ ਨੂੰ ਭੁਲਾਉਂਦਾ ਹੈ। ਭੁਲਾਵੜੈ ਭੁੱਲੀ ਭੁੱਲ ਭੁੱਲ ਪਛੋਤਾਣੀ। ਮਹਾਰਾਜ ਕਹਿੰਦੇ ਭੁੱਲਣਾ ਤੇ ਬੰਦੇ ਦਾ ਸੁਭਾਅ ਹੈ। ਸਤਿਗੁਰੂ ਨੇ ਖੁਦ ਕਿਹਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਪਰ ਜੇ ਪਰਮੇਸ਼ਰ ਨੂੰ ਹੀ ਭੁੱਲ ਜਾਏ, ਮਹਾਰਾਜ ਕਹਿੰਦੇ ਫਿਰ ਤੇ ਬੜਾ ਦੁਖਦਾਈ ਕਰਮ ਹੋਏਗਾ। ਪਰਮੇਸ਼ਰ ਤੇ ਭੁੱਲਿਆ, ਜਿਸ ਦਿਨ ਤੋਂ ਉਹਨੂੰ ਭੁਲਾ ਦੇਗਾ, ਵਿਆਪਨ ਸਭੇ ਰੋਗ, ਸਾਰੇ ਰੋਗ ਆਦ ਵਿਆਦ ਉਪਾਦ ਤੀਨੇ ਤਾਪ ਤੈਨੂੰ ਆ ਚੰਬੜਨਗੇ। ਇਹਦਾ ਸੌਖਾ ਅਰਥ ਹੈ, ਹਰ ਕਰਮ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ। ਅਗਰ ਸੱਚੀ ਬਾਤ ਹੈ ਜੀ, ਜੇ ਅਸੀਂ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਲਈਏ, ਬੰਦਾ ਕਦੀ ਕਿਸੇ ਕਰਮ ਦੇ ਵਿੱਚ ਗਲਤੀ ਨਾ ਕਰੇ, ਗੁਨਾਹ ਨਾ ਕਰੇ, ਗਲਤ ਕਰਮ ਨਾ ਕਰੇ। ਸਾਡੇ ਲੋਕ ਜ਼ਹਿਰ ਵੇਚਣੀ ਛੱਡ ਦੇਣ, ਮਿਲਾਵਟ ਕਰਨੀ ਛੱਡ ਦੇਣ, ਰਿਸ਼ਵਤਾਂ ਲੈਣੀਆਂ ਛੱਡ ਦੇਣ, ਬੇਈਮਾਨੀਆਂ ਕਰਨੀਆਂ ਛੱਡ ਦੇਣ। ਅਗਰ ਅਸੀਂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਮੰਨ ਲਈਏ, ਬਸ ਅਸੀਂ ਭੁਲਾ ਦਿੰਦੇ ਵੀ ਰੱਬ ਕਿਹੜਾ ਦੇਖਦਾ ਜੀ, ਆਹੀ ਗਲਤੀ ਮਨੁੱਖ ਕਰਦਾ ਹੈ। ਤੇ ਸਤਿਗੁਰੂ ਨੇ ਕਿਹਾ ਬੰਦੇ ਨੂੰ ਸਭ ਕੁਝ ਯਾਦ ਹੈ, ਖਾਣਾ ਪੀਣਾ ਹੱਸਣਾ ਸੌਣਾ, ਪਰ ਇੱਕ ਗੱਲ ਭੁੱਲ ਗਿਆ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਖਸਮ ਵਿਸਾਰ ਖੁਆਰੀ ਕੀਨੀ, ਪਰਮੇਸ਼ਰ ਤੇ ਭੁੱਲਿਆ ਤ੍ਰਿਗ ਜੀਵਨ ਨਹੀਂ ਰਹਿਣਾ, ਤੇ ਐਸਾ ਜੀਵਨ ਤ੍ਰਿਕਾਰਯੋਗ ਹੈ ਜਿਸ ਵਿੱਚ ਸਦਾ ਰਹਿਣਾ ਵੀ ਕੋਈ ਨਹੀਂ। ਮਹਾਰਾਜ ਕਹਿੰਦੇ ਹਰ ਕਰਮ ਕਰਦਿਆਂ ਧਿਆਨ ਰੱਖਣਾ, ਪਰਮੇਸ਼ਰ ਨੂੰ ਭੁੱਲਣਾ ਨਹੀਂ। ਅਕਾਲ ਦੇ ਸ਼ੁਕਰ ਵਿੱਚ, ਉਹਦੀ ਰਜ਼ਾ ਵਿੱਚ, ਉਹਦੀ ਯਾਦ ਵਿੱਚ ਜੁੜ ਕੇ ਰਹਿਣਾ ਹੈ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਪਰ ਜੋ ਉਸ ਅਕਾਲ ਤੋਂ ਵੇਮੁਖ ਹਨ, ਜੋ ਪੂਰੇ ਗੁਰੂ ਦਾ ਹੁਕਮ ਨਹੀਂ ਮੰਨਦੇ, ਸਤਿਗੁਰੂ ਦੇ ਉਪਦੇਸ਼ ਭੁਲਾ ਦਿੰਦੇ ਹਨ, ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ। ਪਾਵੈ ਮੁਕਤ ਨ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਵੇਮੁਖਤਾਈ ਬਹੁਤ ਵੱਡਾ ਦੁੱਖ ਹੈ, ਬਹੁਤ ਵੱਡਾ। ਤੇ ਬੇਮੁਖ ਤੇ ਲੋਕ ਬਹੁਤ ਹੋ ਜਾਂਦੇ ਹਨ ਪਿਆਰਿਓ, ਪਰ ਕੋਈ ਕਰੋੜਾਂ 'ਚ ਵਿਰਲਾ ਹੈ ਜਿਹੜਾ ਆਪਣੀ ਬੇਮੁਖਤਾਈ ਦਾ ਗੁਨਾਹ ਬਖਸ਼ਵਾ ਲੈਂਦਾ ਹੈ। ਮਹਾਰਾਜ ਕਹਿੰਦੇ ਜੋ ਬੇਮੁਖ ਹੋਏ ਰਾਮ ਤੇ, ਪਰਮੇਸ਼ਰ ਤੋਂ ਹੀ ਬੇਮੁਖ ਹੋ ਜਾਣ, ਲੱਗਣ ਜਨਮ ਵਿਜੋਗ, ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦਾ ਵਿਛੋੜਾ ਸਹਿਣਾ ਪੈ ਜਾਂਦਾ ਹੈ। ਜਨਮਾਂ ਜਨਮਾਂਤਰਾਂ ਦਾ ਵਿਛੋੜਾ ਤੇ ਇੱਕ ਜਨਮ ਦਾ ਬਹੁਤ ਵੱਡਾ ਹੁੰਦਾ ਹੈ, ਪਰ ਜਿਸ ਨੂੰ ਕਈ ਜਨਮਾਂ ਦਾ ਵਿਛੋੜਾ ਪੈ ਜਾਏ, ਬਹੁਤ ਦੁਖਦਾਈ ਹਾਲਤ ਹੈ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਐਸੇ ਬੰਦੇ ਲਈ ਇੱਕ ਖਿਨ ਵਿੱਚ ਸਾਰੇ ਪਦਾਰਥਾਂ ਦੇ ਰਸ, ਮੋਹ ਮਾਇਆ ਜ਼ਹਿਰ ਬਣ ਜਾਂਦੇ ਨੇ।
ਭੋਗ ਪਦਾਰਥ ਰੋਗ ਬਣ ਜਾਂਦੇ ਹਨ। ਵਿੱਚ ਨਾ ਕੋਈ ਕਰ ਸਕੈ ਕਿਸ਼ਥੈ ਰੋਵੈ ਰੋਜ਼। ਉਹ ਫਿਰ ਮਦਦ ਭਾਲਦਾ ਹੈ, ਉਹ ਫਿਰ ਲੋਕਾਂ ਮੂਹਰੇ ਹਾਏ ਪੁਕਾਰ ਕਰਦਾ ਹੈ, ਪਰ ਮਹਾਰਾਜ ਕਹਿੰਦੇ ਹੁਣ ਵਿਚੋਲਗਿਰੀ ਕੌਣ ਕਰੇ। ਵਿੱਚ ਨਾ ਕੋਈ ਕਰ ਸਕੈ, ਕੋਈ ਵਿਚੋਲਾ ਨਹੀਂ ਬਣੇਗਾ, ਤੇਰਾ ਤੇਰਾ ਸਾਥ ਕੋਈ ਨਹੀਂ ਦੇਗਾ। ਕਿਸ ਥੈ ਰੋਵੈ ਰੋਜ਼, ਰੋਜ਼ ਰੋਜ਼ ਕਿੱਥੇ ਜਾ ਕੇ ਤੂੰ ਰੋਏਂਗਾ, ਕਿਸ ਅੱਗੇ ਆਪਣਾ ਦੁੱਖ ਰੱਖੇਂਗਾ, ਕਿਉਂਕਿ ਗੁਰੂ ਤੋਂ ਬਿਨਾਂ ਤੇਰਾ ਦੁੱਖ ਸੁਣਨਾ ਹੀ ਕਿਸੇ ਨੇ ਨਹੀਂ ਹੈ, ਨਹੀਂ ਸੁਣਨਾ। ਇਸ ਲਈ ਪਹਿਲਾਂ ਹੀ ਸੁਚੇਤ ਹੋ, ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਜੋਗ। ਹੁਣ ਕਹਿੰਦੇ ਤੇਰੇ ਕੀਤਿਆਂ ਵੀ ਕੁਛ ਨਹੀਂ ਬਣੇਗਾ, ਕਿਉਂ? ਲਿਖਿਆ ਤੁਰ ਸੰਜੋਗ, ਜੋ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਕਰਮਾਂ ਮੁਤਾਬਿਕ ਤੇਰੇ ਮੱਥੇ ਤੇ ਲਿਖ ਦਿੱਤਾ, ਉਹਨੂੰ ਮਿਟਾਏਂਗਾ ਕਿਵੇਂ? ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਲਿਖਿਆ ਪਰਮੇਸ਼ਰ ਨੇ ਹੈ, ਪਰ ਲਿਖਿਆ ਸਾਡੇ ਕਰਮਾਂ ਦੇ ਮੁਤਾਬਿਕ ਹੈ, ਇਹ ਧਿਆਨ ਵਿੱਚ ਰੱਖਣਾ। ਜੋ ਅਸੀਂ ਕਰਮ ਕਰਦੇ ਹਾਂ ਵੈਸੇ ਲਿਖ ਦਿੰਦਾ ਹੈ, ਤੇ ਉਹ ਲਿਖੇ ਨੂੰ ਫਿਰ ਸਾਨੂੰ ਆਪ ਹੀ ਮਿਟਾਉਣਾ ਪਏਗਾ, ਆਪ ਹੀ ਮਿਟਾਉਣਾ ਪਏਗਾ, ਦੂਜਾ ਕੋਈ ਮਿਟਾ ਨਹੀਂ ਸਕਦਾ। ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਹੁਣ ਸਤਿਗੁਰੂ ਨੇ ਇੱਥੇ ਧਰਵਾਸ ਬਣਾਇਆ, ਇੱਕ ਹੌਸਲਾ ਦਿੱਤਾ। ਮਹਾਰਾਜ ਕਹਿੰਦੇ ਅਗਰ ਜੀਵਨ ਐਸੇ ਪਾਸੇ ਤੁਰ ਪਿਆ ਨਾ, ਫਿਰ ਵੱਡਿਆਂ ਭਾਗਾਂ ਨਾਲ ਮੇਰਾ ਪ੍ਰਭ ਮਿਲਦਾ ਹੈ, ਪ੍ਰਭੂ ਮਿਲਦਾ ਹੈ, ਅਕਾਲ ਪੁਰਖ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਜਿਸ ਦਾ ਮਿਲਾਪ ਹੋ ਜਾਏ ਉਤਰੈ ਸਭ ਵਿਯੋਗ, ਸਾਰੇ ਵਿਛੋੜੇ ਉਹਦੇ ਮੁੱਕ ਜਾਣਗੇ, ਉਤਰ ਜਾਣਗੇ, ਮਿਟ ਜਾਣਗੇ। ਨਾਨਕ ਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ। ਬੰਦੀ ਮੋਚ ਦਾ ਅਰਥ ਹੁੰਦਾ ਬੰਧਨ ਕੱਟਣ ਵਾਲਾ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਣਾ। ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਵਿਕਾਰ ਤੇ ਹਟ ਹੈ। ਨਾਨਕ ਕੋ ਪ੍ਰਭ ਰਾਖ ਲੇ, ਹੇ ਵਾਹਿਗੁਰੂ ਜੀ ਕਹਿੰਦੇ ਦਾਸ ਨਾਨਕ ਨੂੰ ਰੱਖ ਲੈ, ਤੇਰੀ ਸ਼ਰਨ ਵਿੱਚ ਆ ਗਿਆ, ਮੈਂ ਸਾਰੇ ਓਟ ਆਸਰੇ ਤਿਆਗ ਦਿੱਤੇ। ਹੁਣ ਮੇਰੇ ਮਨ ਦੇ ਵਿੱਚ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਵਰ ਸਿਆਣਪਾਂ ਬਿਰਥੀਆਂ ਪਿਆਰੇ। ਰਾਖਨ ਕੋ ਤੁਮ ਏਕ, ਇਹ ਜਿਹੜਾ ਜੀਵ ਹੈ ਮੇਰਾ ਮਨ ਹੈ ਜੋ ਭਟਕਦਾ ਸੀ ਵਿਕਾਰਾਂ ਵਿੱਚ, ਮਾਇਆ ਵਿੱਚ, ਅਗਿਆਨ ਵਿੱਚ, ਅਹੰਕਾਰ ਵਿੱਚ, ਇਹ ਸਭ ਕੁਝ ਛੱਡ ਕੇ ਭਰਮ ਦਾ ਪਰਦਾ ਦੂਰ ਕਰ, ਤੇਰੇ ਚਰਨਾਂ ਤੇ ਆ ਗਿਆ, ਤੇਰੇ ਚਰਨਾਂ 'ਚ ਢਹਿ ਪਿਆ, ਤੇਰੀ ਸ਼ਰਨ ਆ ਗਿਆ। ਤੇ ਆਏ ਹੋਏ ਨੂੰ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਤੂੰ ਬੰਧਨਾਂ ਨੂੰ ਕੱਟਣ ਵਾਲਾ ਹੈ, ਬੰਧਨ ਮਿਟਾਉਣ ਵਾਲਾ ਹੈ। ਕਤਿਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਤੇ ਅਖੀਰ ਵਿੱਚ ਸਤਿਗੁਰੂ ਜੀ ਇਸ ਮਹੀਨੇ ਰਾਹੀਂ ਜੋ ਬਖਸ਼ਿਸ਼ ਹੁੰਦੀ ਹੈ, ਕਹਿੰਦੇ ਹੁਣ ਕੱਤਿਕ ਦੇ ਵਿੱਚ ਕੀ ਕਰਨਾ ਹੈ? ਕੱਤਿਕ ਹੋਵੇ ਸਾਧ ਸੰਗ। ਅਗਰ ਕੋਈ ਜੀਵ ਸਾਧ ਦਾ ਸੰਗ ਕਰ ਲਏ, ਭਾਵ ਪੂਰੇ ਸਤਿਗੁਰੂ ਦੀ ਸੰਗਤ ਵਿੱਚ ਜੁੜ ਜਾਏ, ਗੁਰੂ ਨਾਲ ਮਿਲਾਪ ਕਰ ਲਏ, ਗੁਰੂ ਦੀ ਬਾਣੀ ਨਾਲ ਜੁੜ ਜਾਏ, ਗੁਰੂ ਦੀ ਵਿਚਾਰ ਨਾਲ ਜੁੜ ਜਾਏ, ਗੁਰੂ ਤੋਂ ਮੱਤ ਲੈ ਲੈ, ਗੁਰੂ ਕਾ ਉਪਦੇਸ਼, ਗੁਰੂ ਕਾ ਗਿਆਨ ਧਾਰਨ ਕਰ ਲਏ। ਬਿਨਸੈ ਸਭੇ ਸੋਚ, ਉਹਦੀਆਂ ਹਰ ਤਰ੍ਹਾਂ ਦੀਆਂ ਮਾਇਆਵੀ ਸੋਚਾਂ, ਕਲਪਨਾਵਾਂ, ਆਸਾਵਾਂ, ਤ੍ਰਿਸ਼ਨਾਵਾਂ, ਲਾਲਸਾਵਾਂ, ਵਾਸ਼ਨਾਵਾਂ ਬਿਨਸ ਜਾਣਗੀਆਂ, ਮਿਟ ਜਾਣਗੀਆਂ। ਉਹਦੇ ਇਸ ਮਾੜੇ ਕਰਮਾਂ ਤੋਂ ਉਹਦੀ ਬੰਦ ਖਲਾਸੀ ਹੋ ਜਾਏਗੀ ਤੇ ਉਹਦਾ ਜੀਵਨ ਸਫਲ ਹੋ ਜਾਏਗਾ। ਉਸ ਜੀਵ ਵਾਸਤੇ ਕੱਤਕ ਦਾ ਮਹੀਨਾ ਸ਼ੁਭ ਹੋ ਜਾਏਗਾ। ਅੱਜ ਇਹ ਨਵਾਂ ਦੇਸੀ ਮਹੀਨਾ ਆਰੰਭ ਹੋਇਆ। ਅਰਦਾਸ ਹੈ ਸਤਿਗੁਰੂ ਦੇ ਚਰਨਾਂ 'ਚ, ਗਰੀਬ ਨਿਵਾਜ ਪਾਤਸ਼ਾਹ ਆਪ ਸਹਾਈ ਹੋਵਣ, ਸਭਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ। ਸਾਨੂੰ ਇਹ ਦਿਨ, ਇਹ ਸਮਾਂ, ਇਹ ਪੂਰਾ ਜੀਵਨ, ਸਾਡੀ ਜੋ ਜ਼ਿੰਦਗੀ, ਜਿਤਨਾ ਵੀ ਸਾਨੂੰ ਮਾਲਕ ਨੇ ਸਮਾਂ ਬਖਸ਼ਿਆ, ਉਹ ਗੁਰੂ ਗੁਰੂ ਕਰਦਿਆਂ, ਗੁਰੂ ਦੇ ਲੜ ਲੱਗਿਆਂ, ਬਾਣੀ ਨਾਲ ਜੁੜਿਆਂ ਸਾਡਾ ਜੀਵਨ ਸਫਲ ਹੋ ਜਾਏ, ਸਾਡੇ ਦਿਨ ਮਨਾਉਣੇ ਸਫਲ ਹੋ ਜਾਣ। ਸਤਿਗੁਰੂ ਸਭਨਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ। ਬਾਣੀ ਦਾ ਪਿਆਰ, ਸਤਿਗੁਰੂ ਦੇ ਚਰਨਾਂ ਦਾ ਪਿਆਰ, ਨਾਮ, ਸੇਵਾ, ਸਿਮਰਨ, ਸਤ ਸੰਗਤ ਦੀ ਦਾਤ ਬਖਸ਼ਣ। ਸਭਨਾਂ ਦਾ ਧੰਨਵਾਦ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।